Today, we are going to start a new judiciary crash course, and आज ਆਪਾਂ ਸਬਜੈਕਟ ਇੰਡੀਅਨ ਕੰਟਰੈਕਟ ਐਕਟ ਤੋਂ ਸਟਾਰਟ ਕਰਾਂਗੇ ਆਪਣੀ ਸੀਰੀਜ਼। ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਬਹੁਤ ਈਜ਼ੀਲੀ ਔਰ ਈਜ਼ੀਐਸਟ ਮੈਥਡ ਦੇ ਨਾਲ ਸਾਰੇ ਇੰਡੀਅਨ ਕੰਟਰੈਕਟ ਐਕਟ ਨੂੰ ਕੰਪਾਈਲ ਕਰਕੇ ਐਂਡ ਇਹਦੇ ਸੈਕਸ਼ਨਸ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਕੇਸ ਲਾਜ਼ ਨੇ ਉਹ ਮੈਂ ਤੁਹਾਨੂੰ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦੇ ਲਈ ਪ੍ਰਪੇਅਰ ਕਰਵਾ ਦਿਆਂ। ਅੱਜ ਆਪਾਂ ਸਟਾਰਟ ਕਰਦੇ ਹਾਂ ਇੰਡੀਅਨ ਕੰਟਰੈਕਟ ਐਕਟ 1872। ਹੁਣ क्वेश्चन ये राइज होता है स्टूडेंट्स कि इंडियन कंट्रैक्ट एक्ट है जिहड़ा बेसिकली ਇਹਦਾ पर्पस की है एंड ये क्यों आया। मैं एक एग्जांपल तो स्टार्ट करांगा स्टूडेंट्स। देखो एग्जांपल तो स्टार्ट करते हैं कि सब तो पहला की होता है लॉ इंट्रोड्यूस होता है, पार्लियामेंट दे विच लॉ इंट्रोड्यूस होता पार्लियामेंट दे विच एंड देन आफ्टर दैट उस बिल के ऊपर प्रॉपर डिबेट होंदी है और फिर प्रेजिडेंट उस बिल की परमिशन ग्रांट कर दिंदा है। देन आफ्टर दैट वो की बन जाता है एक्ट बन जाता है। एंड हर एक्ट के पिछे हर लॉ के पिछे कुछ ना कुछ मोटिव होंदा ऑब्जेक्ट होंदा कि ये लॉ क्यों बनया। मैं फिर एक एग्जांपल देना कि होंदा जी अपने इंडिया दे विच व्हीकल्स की प्रोडक्शन इनक्रीज हो गई डे बाय डे, लोगों ने व्हीकल्स लेने स्टार्ट कर दिते एंड तो व्हीकल लेने स्टार्ट किए तो काफ़ी प्रॉब्लम्स भी आने लग गई, जिस तरह की छोटे छोटे या मेजर एक्सीडेंट्स होने लग गए एंड ये एक्सीडेंट्स ਨੂੰ कंट्रोल करने ਦੇ ਲਈ ਕੀ ਬਣੇ रूल्स बने एंड रूल इंट्रोड्यूस होए पार्लीमेंट ਦੇ ਵਿੱਚ। देन आफ्टर दैट उस रूल्स ਨੂੰ असेंट मिली प्रेजिडेंट ਦੀ और देन आफ्टर दैट वो की बन गया एक्ट बन गया एंड लॉ बन गया। ਉਸੇ ਤਰ੍ਹਾਂ ਜਿਹੜਾ ਇੰਡੀਅਨ ਕੰਟਰੈਕਟ ਐਕਟ ਕਿਉਂ ਬਣਿਆ ਬੇਸਿਕਲੀ ਇੱਥੇ ਵੀ ਪ੍ਰੋਬਲਮ ਸਟਾਰਟ ਹੋਈ ਇੱਕ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਬੇਸਿਕਲੀ ਉਹ ਟ੍ਰੇਡ ਨੂੰ ਪ੍ਰਮੋਟ ਕਰਦੀ ਸੀ ਬੇਸਿਕਲੀ, ਰਾਈਟ। ਉਦੋਂ ਕੀ ਹੋਇਆ ਕਿ ਕਮਰਸ਼ੀਅਲ ਟ੍ਰਾਂਜੈਕਸ਼ਨਸ ਨੂੰ ਲੈ ਕੇ, ਦੈਟ ਮੀਨਸ ਕਮਰਸ਼ੀਅਲ ਟ੍ਰਾਂਜੈਕਸ਼ਨਸ ਨੂੰ ਲੈ ਕੇ ਪ੍ਰੋਬਲਮਸ ਆਉਣ ਲੱਗ ਗਈਆਂ ਐਂਡ ਬਿਜ਼ਨਸ ਔਰ ਟ੍ਰੇਡਿੰਗ ਦੇ ਵਿੱਚ ਕੀ ਆਉਣ ਲੱਗ ਗਈਆਂ ਪ੍ਰੋਬਲਮਸ ਆਉਣ ਲੱਗ ਗਈਆਂ। ਇਸੇ ਕਰਕੇ ਕੀ ਬਣਿਆ ਇੰਡੀਅਨ ਕੰਟਰੈਕਟ ਐਕਟ ਬਣ ਗਿਆ ਤਾਂ ਜੋ ਜਿਹੜੀਆਂ ਪ੍ਰੋਬਲਮਸ ਕਮਰਸ਼ੀਅਲ ਟ੍ਰਾਂਜੈਕਸ਼ਨਸ ਦੇ ਵਿੱਚ ਆਉਂਦੀਆਂ ਉਹਨਾਂ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਜਾਂ ਕਿਸੇ ਪਰਸਨ ਦਾ ਉਹਨਾਂ ਕਮਰਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਜਾਂ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਔਰ ਕੰਟਰੈਕਚੁਅਲ ਟ੍ਰਾਂਜੈਕਸ਼ਨ ਦੇ ਵਿੱਚ ਜਿਹੜੇ ਪਰਸਨਸ ਦਾ ਨੁਕਸਾਨ ਹੋ ਜਾਂਦਾ ਹੈ ਐਂਡ ਤਾਂ ਜੋ ਉਹ ਇਸ ਐਕਟ ਦੇ ਥਰੂ ਵਿਦ ਦ ਹੈਲਪ ਆਫ ਦਿਸ ਐਕਟ ਉਹਨਾਂ ਦੀ ਲਾਸ ਦੀ ਭਰਪਾਈ ਈਜ਼ੀਲੀ ਤਰੀਕੇ ਦੇ ਨਾਲ ਹੋ ਸਕੇ। ਠੀਕ ਹੈ ਜੀ। ਹੁਣ ਮੈਂ ਸਟਾਰਟ ਕਰਦਾ ਕਿ ਇੰਡੀਅਨ ਕੰਟਰੈਕਟ ਐਕਟ ਦਾ ਸਟਰਕਚਰ ਕੀ ਹੈ, ਬੇਸਿਕਲੀ ਫਰੇਮ ਕੀ ਹੈ ਇਹਦਾ। ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਇੰਡੀਅਨ ਕੰਟਰੈਕਟ ਐਕਟ ਹੈ ਇਹ ਬਹੁਤ ਹੀ ਵੱਡਾ ਐਕਟ ਹੈ, ਬਹੁਤ ਵੱਡਾ ਐਕਟ ਸੀਗਾ 1872 ਦੇ ਵਿੱਚ। ਓਰੀਜਨਲੀ ਜੈਨੂਅਲੀ ਮੈਂ ਗੱਲ ਕਰਦਾ, ਓਰੀਜਨਲੀ ਇੰਡੀਅਨ ਕੰਟਰੈਕਟ ਐਕਟ ਦੇ ਵਿੱਚ 11 ਚੈਪਟਰਸ ਨੇ, ਰਾਈਟ। 11 ਚੈਪਟਰਸ ਦੇ ਵਿੱਚ 266 ਸੈਕਸ਼ਨਸ ਐਂਡ ਸ਼ੈਡਿਊਲਸ ਨੇ। ਹੁਣ ਇੰਪੋਰਟੈਂਟ ਚੀਜ਼ ਕੀ ਹੈ ਕਿ ਜਿਹੜਾ ਚੈਪਟਰ 7 ਆਫ ਇੰਡੀਅਨ ਕੰਟਰੈਕਟ ਐਕਟ ਤੁਹਾਨੂੰ ਮੈਂ ਦੱਸਿਆ ਜਿਹੜਾ ਇੰਡੀਅਨ ਕੰਟਰੈਕਟ ਹੈ 1872 ਉਹ ਬਹੁਤ ਹੀ ਵੱਡਾ ਮੈਂ ਪਿੱਛੇ ਹੀ ਗੱਲ ਕਰ ਰਿਹਾ, ਪਾਸਟ ਦੀ ਗੱਲ ਕਰ ਰਿਹਾ ਮੈਂ। ਚੈਪਟਰ 7 ਦੇ ਵਿੱਚ
section 76 to 123 and chapter 11 239 and section 239 and 266 basically ਕਿਹਦੇ ਨਾਲ ਡੀਲ ਕਰਦੇ ਨੇ ਇੰਡੀਅਨ ਕੰਟਰੈਕਟ ਐਕਟ ਦੇ ਨਾਲ ਇੰਡੀਅਨ ਕੰਟਰੈਕਟ ਐਕਟ ਦੇ ਨਾਲ ਪਰ ਹੁਣ ਸ਼ਡਿਊਲ ਹੈਵ ਬੀਨ ਰਿਪੀਲਡ ਕੁਝ ਸ਼ਡਿਊਲ ਇਸ ਐਕਟ ਦੇ ਰਿਪੀਲ ਕਰ ਦਿੱਤੇ ਗਏ ਕਿਉਂ ਰਿਪੀਲ ਕਰ ਦਿੱਤੇ ਗਏ ਉਹ ਵੀ ਮੈਂ ਤੁਹਾਨੂੰ ਅੱਗੇ ਜਦੋਂ ਪ੍ਰੈਂਬਲ ਡਿਸਕਸ ਕਰਾਂਗੇ ਉਦੋਂ ਪੜਾਂਗੇ ਪਰ ਤੁਹਾਨੂੰ ਮੈਂ ਇੱਥੇ ਦੱਸ ਦਿੰਦਾ ਕਿ ਰਿਪੀਲ ਕਰ ਦਿੱਤੇ ਗਏ ਬਾਈ ਸੈਕਸ਼ਨ 65 ਐਂਡ ਉਸ ਤੋਂ ਕੀ ਬਣ ਗਿਆ ਸੇਲਸ ਆਫ ਗੁੱਡਸ ਐਕਟ 1930 right ji after that section 76 and schedule 2 ਇਸ ਤੋਂ ਕੀ ਬਣ ਗਿਆ ਇੰਡੀਅਨ ਪਾਰਟਨਰਸ਼ਿਪ ਐਕਟ 1932 basically sales of goods act and indian partnership act ਕਿਸ ਦਾ ਪਾਰਟ ਹੈ ਇੰਡੀਅਨ ਕੰਟਰੈਕਟ ਐਕਟ 1872 ਤੁਹਾਨੂੰ ਮੈਂ ਦੱਸਿਆ ਕਿ ਇਹ ਐਕਟ ਬਹੁਤ ਹੀ ਜ਼ਿਆਦਾ ਵੱਡਾ ਸੀਗਾ ਇਸ ਨੂੰ ਡਿਵਾਈਡ ਕਰਦਾ ਪਾਰਟਸ ਦੇ ਵਿੱਚ ਤਾਂ ਜੋ ਡਿਫਰੈਂਟ ਤਰ੍ਹਾਂ ਦੇ ਕੰਟਰੈਕਟਸ ਦੇ ਨਾਲ ਜੋ ਸੈਕਸ਼ਨਸ ਡੀਲ ਕਰਦੇ ਪਏ ਆ ਉਸ ਨੂੰ ਅਲੱਗ-ਅਲੱਗ ਕੰਪਾਈਲ ਕਰਕੇ ਐਂਡ ਕੋਡੀਫਾਈ ਕਰਕੇ ਪ੍ਰੈਜ਼ੈਂਟ ਕਰ ਦਿੱਤਾ ਆਪਣੇ ਕੋਲੇ ਤਾਂ ਜੋ ਈਜ਼ੀਲੀ ਰਿਲੀਫ ਆਪਾਂ ਲੈ ਸਕੀਏ ਐਂਡ ਉਸ ਸੈਕਸ਼ਨਸ ਦਾ ਈਜ਼ੀਲੀ ਯੂਜ਼ ਕਰ ਸਕੀਏ ਰਾਈਟ ਜੀ ਹੁਣ ਇੰਪੋਰਟੈਂਟ ਚੀਜ਼ Section 3 and Schedule 3 of the Repealing and Amending Act 1914 ਦੇ ਵਿੱਚ Section 3 and Schedule 3 Repealing and Amending Act ਬਣ ਗਿਆ ਆਪਾਂ ਅੱਗੇ ਫਰਦਰ ਡਿਸਕਸ ਕਰਾਂਗੇ ਨਾ ਸਾਰਿਆਂ ਨੂੰ ਇਹ ਮੈਂ ਤੁਹਾਨੂੰ ਸਭ ਕੁਝ ਤਾਂ ਦੱਸ ਰਿਹਾ ਕਿਉਂਕਿ ਇਹ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦੇ ਵਿੱਚ ਇਸ ਫਰੇਮਵਰਕ ਦੇ ਵਿੱਚੋਂ ਹੀ ਕੁਐਸਚਨਸ ਨਿਕਲ ਕੇ ਆਨੇ ਆਬਜੈਕਟਿਵ ਟਾਈਪ ਤਾਂ ਜੋ ਤੁਹਾਨੂੰ ਆਨਸਰ ਫਾਈਂਡ ਆਊਟ ਕਰਨਾ ਈਜ਼ੀਲੀ ਰਵੇ ਤੁਹਾਨੂੰ ਪਤਾ ਹੋਵੇ ਕਿ ਸੈਕਸ਼ਨ 765 ਤੋਂ ਸੇਲਸ ਆਫ ਗੁੱਡ ਐਕਟ ਆ ਗਿਆ ਦੈਨ ਆਫਟਰ ਦੈਟ 73 ਦੇ ਨਾਲ ਕੀ ਆ ਗਿਆ ਇੰਡੀਅਨ ਪਾਰਟਨਰਸ਼ਿਪ ਐਕਟ ਆ ਗਿਆ ਐਂਡ ਅਮੈਂਡਿੰਗ ਐਂਡ ਰਿਪੀਲਿੰਗ ਐਕਟ ਕਿੱਥੋਂ ਆਇਆ 1914 ਦੇ ਵਿੱਚ ਆਇਆ ਸੈਕਸ਼ਨ 3 ਤੋਂ ਹੁਣ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਸੈਕਸ਼ਨ 1 to 75 section 1 to 75 and chapter 1 to 6 very important chapters and very important sections basically ਇਹਦੇ ਚ ਕੀ ਕੰਟੇਨ ਹੈ ਜਨਰਲ ਪ੍ਰਿੰਸੀਪਲ ਰਿਲੇਟਿੰਗ ਟੂ ਕੰਟਰੈਕਟ ਹੁਣ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਚੀਜ਼ ਦੱਸਦਾ ਕਿ ਜਿਹੜਾ ਸੈਕਸ਼ਨ 1 to 75 ਹੈ ਉਹਦੇ ਵਿੱਚ ਕੀ ਹੈ ਜਨਰਲ ਪ੍ਰਿੰਸੀਪਲਸ ਆਫ ਰਿਲੇਟਿੰਗ ਟੂ ਕੰਟਰੈਕਟ with the help of this sections or chapters ਆਪਾਂ ਇੰਡੀਅਨ ਪਾਰਟਨਰਸ਼ਿਪ ਐਕਟ ਪੜਾਂਗੇ then after that sales of goods act ਪੜਾਂਗੇ without this section ਆਪਾਂ ਨੂੰ ਨਾ ਤਾਂ sales of goods act ਸਮਝ ਆਣਾ ਹੈ ਨਾ ਹੀ ਇੰਡੀਅਨ ਪਾਰਟਨਰਸ਼ਿਪ ਐਕਟ 1932 ਸਮਝ ਆਣਾ ਹੈ ਜਨਰਲ ਪ੍ਰਿੰਸੀਪਲ ਕੰਟਰੈਕਟ ਦੇ ਪੜ੍ਹਨੇ ਬਹੁਤ ਜ਼ਰੂਰੀ ਹੈ then after that section 124 to 238 specific types of contract ਦੇ ਨਾਲ ਡੀਲ ਕਰੂਗਾ 124 to 238 specific types of contracts ਦੇ ਨਾਲ ਡੀਲ ਕਰੂਗਾ ਫਰਦਰ ਆਪਾਂ ਇਹ ਸਾਰੇ ਸੈਕਸ਼ਨਸ ਔਰ ਚੈਪਟਰਸ ਨੂੰ one by one turn by turn ਡਿਸਕਸ ਕਰਾਂਗੇ ਰਾਈਟ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਤੁਹਾਨੂੰ ਮੈਂ ਦੱਸਦਾ ਕਿ ਕਮਰਸ਼ੀਅਲ ਟ੍ਰਾਂਜੈਕਸ਼ਨਸ ਨੂੰ ਪ੍ਰੋਟੈਕਟ ਕਰਨ ਦੇ ਲਈ ਅਗਰ ਕਿਸੇ ਪਰਸਨ ਨੂੰ ਕਮਰਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਦੈਨ ਆਫਟਰ ਦੈਟ ਉਹ ਉਸ ਨੂੰ ਰਿਮੂਵ ਕਰਨ ਦੇ ਲਈ ਦੈਟ ਮੀਨਸ ਉਸ ਦਾ ਕੰਪਨਸੇਸ਼ਨ ਲੈਣ ਦੇ ਲਈ ਕਿਹਦੀ ਹੈਲਪ ਲਏਗਾ ਇੰਡੀਅਨ ਕੰਟਰੈਕਟ ਐਕਟ 1872 ਦੀ ਹੈਲਪ ਲਏਗਾ ਬੱਚਿਓ ਬੇਅਰ ਐਕਟ ਹੱਥ ਵਿੱਚ ਹੋਣਾ ਤੁਹਾਡੇ ਬਹੁਤ ਜ਼ਰੂਰੀ ਹੈ ਵਿਦਆਊਟ ਬੇਅਰ ਐਕਟ ਕ੍ਰੈਸ਼ ਕੋਰਸ ਨੂੰ ਕੰਪਲੀਟ ਕਰਨਾ ਆਪਣੇ ਲਈ ਥੋੜਾ ਮੁਸ਼ਕਿਲ ਰਹੇਗਾ ਕਿਉਂਕਿ ਤੁਸੀਂ ਬੇਅਰ ਐਕਟ ਦੇ ਉੱਪਰ ਹੀ ਉਹਦੇ ਇੰਡੈਕਸ ਦੇ ਉੱਪਰ ਹੀ ਟਰਨ ਬਾਈ ਟਰਨ ਸੈਕਸ਼ਨਸ ਦੇ ਉੱਪਰ ਮਾਰਕ ਕਰਦੇ ਜਾਓਗੇ ਕਿਹੜਾ ਇੰਪੋਰਟੈਂਟ ਕੁਐਸਚਨ ਇੱਕ ਸੈਕਸ਼ਨ ਦੇ ਵਿੱਚੋਂ ਹੀ ਨਿਕਲ ਕੇ ਆਏਗਾ ਐਂਡ ਦੈਨ ਆਫਟਰ ਦੈਟ ਜਿਹੜੇ ਸੈਕਸ਼ਨਸ ਦੇ ਵਿੱਚ ਕੋਈ ਇੰਪੋਰਟੈਂਟ ਕੇਸ ਲਾਅ ਹੋਏਗਾ ਜਿਸ ਕੇਸ ਲਾਅ ਦਾ ਕਿਸੇ ਸੈਕਸ਼ਨਸ ਦੇ ਨਾਲ ਰਿਲੇਸ਼ਨ ਹੈਗਾ ਜੋ ਕੇਸ ਲਾਅ ਤੁਹਾਨੂੰ ਜੁਡੀਸ਼ਰੀ ਦੇ ਇੱਕ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛਣਾ ਉਸ ਦਾ ਆਨਸਰ ਵੀ ਮੈਂ ਉੱਥੇ ਹੀ ਮਾਰਕ ਔਰ ਰਾਈਟ ਡਾਊਨ ਕਰਵਾ ਦਿਆਂਗਾ ਸਟਾਰਟ ਕਰਦੇ ਹਾਂ ਫॉर द वेरी फर्स्ट ਤੁਹਾਡੇ ਬੇਅਰ ਐਕਟ ਦੇ
ਸੈਕਸ਼ਨ 1 ਦੇ ਉੱਪਰ ਇੱਕ ਤੁਹਾਨੂੰ ਮਿਲੇਗਾ ਪ੍ਰੀਐਂਬਲ, that means base of law, preamble मिलेगा जी, very important। preamble ने सारी पिक्चर ही डिस्क्राइब कर देनी है ਜਿਹੜੀ ਆਪਾਂ ਇੱਥੇ ਡਿਸਕਸ ਕੀਤੀ, ਜਿਵੇਂ ਆਪਾਂ ਸ਼ੈਡਿਊਲ ਪੜ੍ਹੇ ਐਂਡ ਸੈਕਸ਼ਨਸ ਪੜ੍ਹੇ ਹੈ ਕਿ ਇਹਦੀ ਡਿਵਾਈਡੇਸ਼ਨ ਕਿਸ ਤਰ੍ਹਾਂ ਕੀਤੀ ਹੈ, ਕਿਉਂ ਕੀਤੀ ਹੈ, ਰਾਈਟ ਜੀ। preamble, it states that the act is defined, it states that preamble state कर रहा है act is define and amend certain past parts of contract। मैं पहले पढ़ लिया कि preamble define and amend नू की कर रहा है, represent कर रहा है certain parts of contract। फिर preamble important चीज दसदा पे कि ਜਿਹੜਾ इंडियन contract है act हैगा जी, it is not a exhaustive in nature, not exhaustive on the whole law regarding contract। basically ਤੁਹਾਨੂੰ ਮੈਂ ਦੱਸਿਆ ਕਿ ਇੰਡੀਅਨ ਕੰਟਰੈਕਟ ਐਕਟ ਦੇ ਵਿੱਚ ਬਹੁਤ ਸਾਰੇ ਪਾਰਟ ਸੀਗੇ, ਬਹੁਤ ਵੱਡਾ ਸੀਗਾ। ਇਹਦੇ ਵਿੱਚ ਇੰਡੀਅਨ ਪਾਰਟਨਰਸ਼ਿਪ ਐਕਟ ਵੀ ਸੀਗਾ, ਇਹਦੇ ਵਿੱਚ ਸੇਲਸ ਆਫ ਗੁੱਡਸ ਐਕਟ ਵੀ ਸੀਗਾ, ਐਂਡ ਇੰਡੀਅਨ ਕੰਟਰੈਕਟ ਐਕਟ ਦੇ ਜਨਰਲ ਪ੍ਰਿੰਸੀਪਲਸ, ਰੂਲਸ ਐਂਡ ਰੈਗੂਲੇਸ਼ਨਸ, ਠੀਕ ਹੈ, ਸਭ ਡੈਫੀਨੇਸ਼ਨ ਸਭ ਕੁਝ ਇੰਡੀਅਨ ਕੰਟਰੈਕਟ ਐਕਟ ਦੇ ਵਿੱਚ ਹੀ ਸਾਰਾ ਕੰਪਾਈਲ ਸੀ, ਰਾਈਟ ਜੀ। ਹੁਣ ਉਹ ਕਹਿੰਦੇ ਪ੍ਰੀਐਂਬਲ ਹੀ ਕਹਿੰਦਾ ਪਿਆ ਹੈ ਕਿ ਇਟ ਇਜ਼ ਨਾਟ ਐਗਜ਼ਾਸਟਿਵ ਔਨ ਦਾ ਹੋਲ ਲਾਅ ਰਿਗਾਰਡਿੰਗ ਕੰਟਰੈਕਟ। ਇਟ ਮੀਨਸ ਦੈਟ ਕਿ ਇੰਡੀਅਨ ਕੰਟਰੈਕਟ ਐਕਟ ਦੇ ਵਿੱਚ ਈਚ ਐਂਡ ਐਵਰੀਥਿੰਗ ਨੂੰ ਡਿਫਾਈਨ ਨਹੀਂ ਕੀਤਾ ਗਿਆ, ਨਾ ਹੀ ਡਿਸਕ੍ਰਾਈਬ ਕੀਤਾ ਗਿਆ। ਐਗਜ਼ਾਸਟਿਵ ਦਾ ਮੀਨਸ ਹੁੰਦਾ ਹੈ ਮੀਨਿੰਗ ਹੁੰਦਾ ਈਚ ਐਂਡ ਐਵਰੀਥਿੰਗ। ਐਗਜ਼ੌਸਟਿਵ ਇਹ ਨੇਚਰ ਦਾ ਨਹੀਂ ਹੈਗਾ, ਹਾਂ, ਬਟ ਐਜ਼ ਇਟ ਡਿਫਾਈਨ ਐਂਡ ਅਮੈਂਡ ਸਰਟਨ ਪਾਰਟਸ ਆਫ ਲਾਅ ਰਿਲੇਟਿੰਗ ਟੂ ਕੰਟਰੈਕਟ। ਹਾਂ, ਇੰਡੀਅਨ ਕੰਟਰੈਕਟ ਐਕਟ ਦੇ ਵਿੱਚ ਐਗਜ਼ੌਸਟਿਵਲੀ ਸਾਰੇ ਰੂਲਸ ਨੂੰ ਡਿਸਕ੍ਰਾਈਬ ਨਹੀਂ ਕੀਤਾ ਗਿਆ, ਜਿਹਨਾਂ ਦਾ ਰਿਲੇਸ਼ਨ ਕਿਹਦੇ ਨਾਲ ਹੈਗਾ ਜੀ, ਕੰਟਰੈਕਟ ਦੇ ਨਾਲ ਹੈਗਾ, ਬਟ it defines and amends certain parts of law relating to contract। ਪਰ ਕੁਝ ਪਾਰਟਸ ਜਿਹੜੇ ਕੰਟਰੈਕਟ ਦੇ ਨਾਲ ਰਿਲੇਸ਼ਨ ਦੇ ਵਿੱਚ ਨੇ ਉਹਨਾਂ ਨੂੰ ਡਿਫਾਈਨ ਐਂਡ ਡਿਸਕ੍ਰਾਈਬ ਕਰ ਦਿੱਤਾ। ਹੁਣ ਇੰਪੋਰਟੈਂਟ ਗੱਲ ਇਹ ਹੈ ਕਿ ਇਸ ਪੁਆਇੰਟ ਦੇ ਉੱਤੋਂ ਕੀ ਨਿਕਲ ਕੇ ਆਉਂਦੀ ਹੈ, several enactments relating to contractual obligations। कि देखो obligations that means अपनी duties, rights and duties। जे अपन ਨੂੰ rights मिले हुए है then after that अपनी duties भी हैगी, right जी। हम several enactment relating to contractual obligations, contractual obligations ਨੂੰ fulfill ਕਰਨ ਦੇ ਲਈ certain enactments ਵੀ ਹੋਈਆਂ। that means ਇੰਡੀਅਨ ਕੰਟਰੈਕਟ ਐਕਟ ਦੇ ਵਿੱਚੋਂ ਜਿਹੜਾ ਬਾਈਫਰਕੇਟ ਹੋ ਕੇ ਲਾਅ ਨਿਕਲੇ ਉਹ ਕਿਹੜੇ ਕਿਹੜੇ ਹੈ ਜੀ। ਸਭ ਤੋਂ ਪਹਿਲਾਂ ਇੰਡੀਅਨ ਪਾਰਟਨਰਸ਼ਿਪ ਐਕਟ 1932, ਸੇਲਸ ਆਫ ਗੁੱਡਸ ਐਕਟ 1930, ਸਪੈਸੀਫਿਕ ਰਿਲੀਫ ਐਕਟ 1963, ਇੰਡੀਅਨ ਟਰਸਟ ਐਕਟ 1882 ਐਂਡ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881। ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881। ਇਹ ਸਾਰਿਆਂ ਇਨੈਕਟਮੈਂਟ ਦਾ ਬੇਸਿਕਲੀ ਬੇਸ ਕੀ ਹੈ, ਇੰਡੀਅਨ ਕੰਟਰੈਕਟ ਐਕਟ। ਇਸੇ ਕਰਕੇ ਮੈਂ ਸਟਾਰਟ ਕਰਾਂਗਾ ਇੰਡੀਅਨ ਕੰਟਰੈਕਟ ਐਕਟ ਦੀ ਸੀਰੀਜ਼। ਦੈਨ ਆਫਟਰ ਦੈਟ ਜਿਸ ਤਰ੍ਹਾਂ ਇੰਡੀਅਨ ਕੰਟਰੈਕਟ ਐਕਟ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਇੰਡੀਅਨ ਪਾਰਟਨਰਸ਼ਿਪ ਐਕਟ ਨੂੰ ਆਪਾਂ ਪੜਾਂਗੇ, ਕੰਪਲੀਟ ਕਰਾਂਗੇ, ਸੇਲਸ ਆਫ ਗੁੱਡਸ ਐਕਟ ਨੂੰ ਕੰਪਲੀਟ ਕਰਾਂਗੇ ਐਂਡ ਸਪੈਸੀਫਿਕ ਰਿਲੀਫ ਐਕਟ ਨੂੰ ਕੰਪਲੀਟ ਕਰਾਂਗੇ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਨੂੰ ਆਪਾਂ ਕੰਪਲੀਟ ਕਰਾਂਗੇ। ਜਿੰਨੇ ਵੀ ਮਰਕੈਂਟਾਈਲ ਲਾਜ਼ ਹੈਗੇ ਆ ਦੈਟ ਮੀਨਸ ਕਮਰਸ਼ੀਅਲ ਬੇਸਡ ਲਾਜ਼ ਹੈਗੇ ਆ ਉਹਨੂੰ ਆਪਾਂ ਡਿਸਕਸ ਕਰਾਂਗੇ। ਮੈਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਨੂੰ ਮੈਂ ਇੰਡੀਅਨ ਕੰਟਰੈਕਟ ਐਕਟ ਦੀ ਪ੍ਰੋਪਰ ਨੌਲੇਜ ਨੂੰ ਪ੍ਰੋਵਾਈਡ ਕਰ ਸਕਾਂ ਐਂਡ ਬੇਅਰ ਐਕਟ ਰੀਡਿੰਗ ਵੀ ਆਪਾਂ ਨਾਲ ਨਾਲ ਇਸ ਦੀ ਕਰਾਂਗੇ।